कोऑर्डिनेशन कमेटी एंड एमसी एम्प्लॉय वर्कर यूनियन जो काफी लंबे समय से अपनी मांगों को लेकर चंडीगढ़ प्रशासन के खिलाफ संघर्ष करती आ रही है, जिसके चलते अपनी मांगों का एक मांग पत्र चंडीगढ़ के प्रशासक वीपी सिंह बदनौर को देने के लिए इनकी ओर से कई बार समय मांगा गया है, लेकिन समय न मिलने पर मंगलवार को ये सभी इकट्ठा होकर प्रशासक से मिलने पहुंच गए। इसका पता चलते ही चंडीगढ़ पुलिस ने सभी को हिरासत में ले लिया और सेक्टर 3 थाने में पकड़ कर ले गई, जहां पर इन्हें काफी देर तक हिरासत में रखा गया और बाद में छोड़ दिया गया। वहीं छोड़ने के बाद कमेटी के मेंबरों ने कहा कि वे अपने लिए नहीं बल्कि अपने कर्मचारी भाइयों के लिए लड़ते आ रहे हैं, क्योंकि उनके साथ ठेकेदारी सिस्टम का बोझ डालकर अन्याय किया जा रहा है। उन्होंने मांग की है कि ठेकेदारी प्रथा खत्म होनी चाहिए और इसके अलावा भी उनकी कई मांगे हैं जो वे चंडीगढ़ के प्रशासक तक पहुँचाना चाहते हैं। ਅੱਜ ਅਸੀਂ ਪ੍ਰਸ਼ਾਸਕ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀ। ਇਸ ਤੋਂ ਪਹਿਲਾਂ ਆਪਾਂ 17 ਜੂਨ ਨੂੰ ਆਏ ਸਾਂ। ਉਸ ਦਿਨ ਵੀ ਐਸਡੀਐਮ ਸਾਹਿਬ ਨੇ ਮੰਗ ਪੱਤਰ ਲਿਆ ਸੀ। ਇਸ ਗੱਲ ਦਾ ਸਾਨੂੰ ਭਰੋਸਾ ਮਿਲਿਆ ਸੀਗਾ ਕਿ ਗਵਰਨਰ ਸਾਹਿਬ ਦੇ ਏਡੀਸੀ ਸਾਹਿਬ ਗੱਲ ਕਰਨਗੇ ਪਹਿਲਾਂ ਤੁਹਾਡੇ ਨਾਲ, ਪਰ ਅੱਜ ਕਿਸੇ ਨੇ ਕੋਈ ਗੱਲਬਾਤ ਨਹੀਂ ਕੀਤੀ। ਸਗੋਂ ਸਾਨੂੰ ਇੱਥੋਂ ਥਾਣੇ ਸੈਕਟਰ 3 ਦੇ ਵਿੱਚ ਲਿਜਾਇਆ ਗਿਆ। ਘੰਟੇ ਬਾਅਦ ਸਾਨੂੰ ਉੱਥੋਂ ਰਿਲੀਜ਼ ਕੀਤਾ ਗਿਆ। ਇਹ ਧੱਕੇਸ਼ਾਹੀ ਹੈ ਜਿਹੜੀ ਇਹਦੀ ਆਪਾਂ ਵਿਰੋਧ ਕਰਦੇ ਹਾਂ, ਨਿਖੇਧੀ ਕਰਦੇ ਹਾਂ, ਕਿਉਂਕਿ ਚੰਡੀਗੜ੍ਹ ਦੇ ਪ੍ਰਸ਼ਾਸਕ ਜਿਹੜੇ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਚੰਡੀਗੜ੍ਹ ਦੇ ਮੁਲਾਜ਼ਮਾਂ ਦੀ, ਚੰਡੀਗੜ੍ਹ ਦੇ ਸ਼ਹਿਰੀਆਂ ਦੀ ਜਿਹੜੀ ਸਮੱਸਿਆ ਉਹਦਾ ਹੱਲ ਕੀਤਾ ਜਾਵੇ। ਨਿਚਲੇ ਪੱਧਰ ਤੇ ਕੋਈ ਵੀ ਅਧਿਕਾਰੀ ਜੈਮ ਪੋਰਟਲ ਦੇ ਖਿਲਾਫ ਕੋਈ ਐਕਸ਼ਨ ਲੈਣ ਲਈ ਤਿਆਰ ਨਹੀਂ ਹੈ। ਜੈਮ ਪੋਰਟਲ ਦੇ ਤਹਿਤ ਜਿਹੜੇ ਠੇਕੇਦਾਰ ਆ ਉਹ ਆਊਟਸੋਰਸ ਮੁਲਾਜ਼ਮਾਂ ਦਾ ਲਗਾਤਾਰ ਸ਼ੋਸ਼ਣ ਕਰ ਰਹੇ ਆ। ਜਦੋਂ ਵੀ ਰੀਇੰਗੇਜ ਕਰਦੇ ਆ ਬੰਦੇ ਸਾਡਿਆਂ ਨੂੰ, ਉਸ ਵੇਲੇ ਉਹਨਾਂ ਕੋਲ 25-30 ਹਜ਼ਾਰ ਰੁਪਏ ਜਿਹੜਾ ਮੰਗਿਆ ਜਾਂਦਾ ਤੇ ਮਜਬੂਰੀ 'ਚ ਉਹਨਾਂ ਨੂੰ ਦੇਣਾ ਪੈਂਦਾ, ਨਹੀਂ ਤੇ ਕਹਿੰਦੇ ਤੁਹਾਨੂੰ ਕੱਢ ਦਿਆਂਗੇ, ਆਪਾਂ ਆਪਣੇ ਬੰਦੇ ਰੱਖਾਂਗੇ। ਇਹ ਧੱਕੇਸ਼ਾਹੀ ਲਗਾਤਾਰ ਚੱਲ ਰਹੀ ਪਿਛਲੇ ਕਈ ਸਾਲਾਂ ਤੋਂ, ਤੇ ਆਪਾਂ ਹਰ ਅਧਿਕਾਰੀ ਦੇ ਸੰਗਿਆਨ ਵਿੱਚ ਇਹ ਗੱਲ ਲਿਆਂਦੀ ਆ, ਕੰਪਲੇਂਟਾਂ ਕੀਤੀਆਂ ਬਕਾਇਦਾ ਤੌਰ ਤੇ, ਪਰ ਉਹਨਾਂ ਕੰਪਲੇਂਟਾਂ ਤੇ ਵੀ ਕੋਈ ਅਸਰ ਨਹੀਂ ਹੋ ਰਿਹਾ। ਮਨਮਰਜ਼ੀ ਜਿਹੜੀ ਆ ਇਹ ਚੱਲ ਰਹੀ ਆ ਠੇਕੇਦਾਰਾਂ ਦੀ। ਐਡਵਾਈਜ਼ਰ ਸਾਹਿਬ ਨੇ ਪਿਛਲੇ ਦਿਨਾਂ 'ਚ ਆਰਡਰ ਕੀਤੇ ਸੀ 22 ਫਰਵਰੀ ਨੂੰ ਕਿ ਇਹਨਾਂ ਦੇ ਅਗੇਂਸਟ ਐਕਸ਼ਨ ਲਓ, ਪਰ ਕੋਈ ਐਕਸ਼ਨ ਨਹੀਂ ਹੋ ਰਿਹਾ। ਉਸ ਲੈਟਰ ਦੇ ਵੀ ਕੋਈ ਧੱਜੀਆਂ ਡਾਈਆਂ ਜਾ ਰਹੀਆਂ, ਸ਼ਰੇਆਮ ਧੱਜੀਆਂ ਡਾ ਰਹੇ ਆ। ਪ੍ਰਸ਼ਾਸਕ ਦੇ ਜਿਹੜੇ ਐਡਵਾਈਜ਼ਰ ਆ ਉਹਨਾਂ ਦੇ ਹਦਾਇਤਾਂ ਦੀਆਂ ਵੀ ਧੱਜੀਆਂ ਉੱਡ ਰਹੀਆਂ। ਕੋਈ ਐਕਸ਼ਨ ਲੈਣ ਲਈ ਤਿਆਰ ਨਹੀਂ ਗਾ ਕੋਈ ਵੀ ਅਧਿਕਾਰੀ। ਆਪਾਂ ਸਬੂਤਾਂ ਸਮੇਤ ਉਹਨਾਂ ਨੂੰ ਕੰਪਲੇਂਟਾਂ ਕੀਤੀਆਂ, ਸਬੂਤ ਦਿੱਤੇ ਆ ਕਿ ਇਹ ਅਕਾਊਂਟ ਨੰਬਰ ਇਹਦੇ 'ਚ ਜਮ੍ਹਾਂ ਕਰਾ ਰਹੇ ਆ ਮੁਲਾਜ਼ਮ ਪੈਸੇ, ਫਿਰ ਸੈਲਰੀ ਰਿਲੀਜ਼ ਹੁੰਦੀ ਆ, ਫਿਰ ਵੀ ਕੋਈ ਨਹੀਂ। ਇਹ ਧੱਕੇਸ਼ਾਹੀ ਚੱਲ ਰਹੀ ਚੰਡੀਗੜ੍ਹ ਦੇ ਵਿੱਚ, ਤੇ ਉਦੋਂ ਧੱਕੇਸ਼ਾਹੀ ਤਾਂ ਚੱਲ ਹੀ ਰਹੀ ਆ। ਉਹਦੇ ਤੇ ਦੂਜੀ ਕਿਆਮਤ ਵਾਲੀ ਗੱਲ ਸਾਡੇ ਲਈ ਇਹ ਆ, ਚਿੰਤਾ ਦਾ ਵਿਸ਼ਾ ਇਹ ਹੈ ਕਿ ਪ੍ਰਸ਼ਾਸਕ ਸਾਹਿਬ ਸੁਣਨਾ ਵੀ ਨਹੀਂ ਚਾਹੁੰਦੇ। ਜੇ ਨਹੀਂ ਸੁਣਨਾ ਨਾ ਸੁਣ, ਸਾਨੂੰ ਕੋਈ ਦਿੱਕਤ ਨਹੀਂ, ਪਰ ਇਹ ਮਸਲੇ ਨੂੰ ਹੱਲ ਕਰਨ। ਜਦੋਂ ਠੇਕਾ ਬਦਲਦਾ ਬੰਦੇ ਬਦਲ ਦੀ ਗੱਲ ਕਿਉਂ ਤੁਰ ਪੈਂਦੀ ਆ? ਜਦੋਂ ਕੰਮ ਲਗਾਤਾਰ ਚੱਲਣਾ, ਚੰਡੀਗੜ੍ਹ ਦੀਆਂ ਸੜਕਾਂ ਦੀ ਸਫਾਈ ਹੋਣੀ ਆ, ਚੰਡੀਗੜ੍ਹ ਦੀਆਂ ਸੜਕਾਂ ਬਣਨੀਆਂ ਵਾ, ਬਿਲਡਿੰਗਾਂ ਦੀ ਮੇਨਟੇਨੈਂਸ ਹੋਣੀ ਆ, ਬਿਜਲੀ ਦਾ ਕੰਮ ਚੱਲਦਾ ਰਹਿਣਾ, ਪਬਲਿਕ ਹੈਲਥ ਦੇ ਟਿਊਬਵੈੱਲ ਚੱਲੀ ਜਾਣੇ ਆ, ਬਾਗਬਾਨੀ ਦਾ ਕੰਮ ਖਤਮ ਨਹੀਂ ਹੋਣਾ। ਇਹ ਸਾਰਾ ਜਦੋਂ ਲਗਾਤਾਰ ਚੱਲਣਾ ਤੇ ਫਿਰ ਮੁਲਾਜ਼ਮ ਕਿਉਂ ਕੱਢੇ ਜਾਂਦੇ ਆ? ਆਪਾਂ ਬੇਨਤੀ ਕਰਦੇ ਹਾਂ ਪ੍ਰਸ਼ਾਸਕ ਸਾਹਿਬ ਨੂੰ ਦੁਬਾਰਾ ਕਿ 10 ਮਿੰਟ ਸਾਨੂੰ ਦਿਓ ਤਾਂ ਕਿ ਇਹਦੇ ਵਿੱਚ ਜਿਹੜੇ ਮੁਲਾਜ਼ਮ ਹੈ ਉਹਨਾਂ ਦਾ ਕੋਈ ਹਿੱਤ ਹੋ ਸਕੇ। ਆਪਾਂ ਚਾਹੁੰਦੇ ਤੁਹਾਡੇ ਜਾਣ ਤੋਂ ਪਹਿਲਾਂ ਇਹ ਮਸਲਾ ਸਾਡਾ ਹੱਲ ਹੋ ਸਕੇ। ਆਪਾਂ ਨਾਲ ਦੀ ਨਾਲ ਪ੍ਰਸ਼ਾਸਨ ਨੂੰ ਵਾਰਨਿੰਗ ਵੀ ਦਿੰਦੇ ਹਾਂ ਕਿ ਜੇ ਸਾਡੀ ਮੀਟਿੰਗ ਤੈਅ ਪ੍ਰਸ਼ਾਸਕ ਸਾਹਿਬ ਨਾਲ ਨਹੀਂ ਹੁੰਦੀ ਤੇ ਆਪਾਂ 28 ਤਰੀਕ ਨੂੰ ਪ੍ਰੋਟੈਸਟ ਮਾਰਚ ਕਰਾਂਗੇ ਗਵਰਨਰ ਹਾਊਸ ਨੂੰ, ਜਿਹਦੀ ਪੂਰੀ ਦੀ ਪੂਰੀ ਜ਼ਿੰਮੇਵਾਰੀ ਨਿਚਲੇ ਅਧਿਕਾਰੀਆਂ ਦੀ ਹੋਊਗੀ ਜਿਹੜੇ ਸਾਨੂੰ ਪ੍ਰਸ਼ਾਸਕ ਸਾਹਿਬ ਨਾਲ ਮਿਲਣ नहीं दे रहे। गौरतलब है कि आज चंडीगढ़ के प्रशासक वीपी सिंह बदनौर से मिलने पहुंचे कोऑर्डिनेशन कमेटी एंड एमसी एम्प्लॉयज वर्कर यूनियन को प्रशासन द्वारा नहीं मिलने दिया गया, जिसके चलते उन्हें हिरासत में ले लिया गया और उसके बाद उन्होंने अपना मांग पत्र एसडीएम सेंटर के जरिए प्रशासक को भेजा है। वहीं उन्होंने प्रशासन से अपनी मांगों को जल्द पूरा करने की मांग की है। वहीं मांगे पूरी न होने पर 28 जून को संघर्ष और भी तेज किए जाने की चेतावनी भी दी है। वहीं अब देखना ये होगा कि इस मामले में चंडीगढ़ प्रशासन आगामी दिनों में क्या कुछ फैसला लेता है। पंजाब केसरी टीवी के लिए चंडीगढ़ से कुलदीप कुमार की रिपोर्ट।